ਵੀ ਜਿਹੜੇ ਕਾਨੂੰਨਾਂ ਦੇ ਪਹਿਲਾਂ ਪੱਖ 'ਚ ਬੋਲੇ ਹੋਏ ਨੇ ਤੇ ਹੁਣ ਵੀ ਉਹ ਪੱਖ 'ਚ ਹੀ ਬੋਲਣਗੇ ਤੇ ਲੋਕਾਂ ਨੇ ਇਹਨਾਂ ਦਾ ਵਿਰੋਧ ਹੀ ਇਸ ਲਈ ਕੀਤਾ ਸੀ। ਸਾਡੇ ਕਿਸਾਨ ਆਗੂਆਂ ਨੇ ਕਹਿਤਾ ਸੀ ਵੀ ਸਾਨੂੰ ਇਹ ਕਮੇਟੀ ਮਨਜ਼ੂਰ ਨਹੀਂ ਹੈਗੀ। ਉਹ ਇੱਕ ਪਾਸੇ ਦਾ ਵੀ ਲੈ ਸਕਦੀ ਆ, ਸਰਕਾਰ ਦੇ ਪ੍ਰਤੀ ਵੀ ਲੈ ਸਕਦੀ ਆ, ਪਰ ਜੇ ਉਹ ਦੇਖਿਆ ਜਾਵੇ ਕਿਸਾਨਾਂ ਦੇ ਪ੍ਰਤੀ ਵੀ ਲੈ ਸਕਦੀ ਆ। ਸੋ ਜੇ ਉਹਨਾਂ ਨੂੰ ਸਾਡੀ ਇੰਨੀ ਫਿਕਰ ਆ ਤਾਂ ਉਹ ਸਾਡੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਰਿਪੀਲ ਕਰ ਦੇਣ ਤਾਂ ਸਾਡੇ ਔਰਤਾਂ ਕੀ, ਸਾਡੇ ਜਿਹੜੇ ਸਾਰੇ ਬਜ਼ੁਰਗ ਨੇ, ਮਰਦ ਸਾਡੇ ਜਿੰਨੇ ਵੀ ਨੇ, ਬੱਚੇ ਨੇ, ਉਹ ਸਾਰੇ ਹੀ ਘਰਾਂ ਨੂੰ ਵਾਪਸ ਚਲੇ ਜਾਣ। ਕਾਰਨ ਇਹ ਆ ਵੀ ਜਿਹੜਾ ਸਾਡਾ ਸਬਰ ਆ ਤੇ ਸੰਤੋਖ ਆ ਟੁੱਟ ਜੇ ਤੇ ਲੋਕਾਂ ਦਾ ਜਿਹੜਾ ਇਕੱਠ ਵੱਧ ਰਿਹਾ ਉਹ ਤੋਂ ਕਿਤੇ ਨਾ ਕਿਤੇ ਡਰੀ ਪਈ ਆ ਵੀ ਇਕੱਠ ਆ ਜਿਹੜਾ ਹੋਰ ਨਾ ਵੱਧ ਜੇ। ਪਨਿਸ਼ਮੈਂਟ ਦਿੱਤੀ ਜਾਊ ਜਿੱਦਾਂ ਕਿ ਪ੍ਰਸ਼ਾਂਤ ਭੂਸ਼ਣ ਤੇ ਹੋਇਆ ਸੀਗਾ। ਉਹਨਾਂ ਨੇ ਕੰਟੈਂਪਟ ਆਫ ਕੋਰਟ ਕੀਤਾ ਸੀ ਉਸ ਟਾਈਮ। ਬੋਬੜੇ ਜੀ ਜਿਹੜੇ ਆਪਣੇ ਚੀਫ ਜਸਟਿਸ ਨੇ ਉਹਨਾਂ ਦੇ ਵਿਰੁੱਧ ਜਿਹੜੀ ਟਵੀਟ ਕੀਤੀ ਸੀ ਉਹਨਾਂ ਨੇ, ਉਸ ਟਾਈਮ ਉਹਨਾਂ ਨੂੰ 1 ਧੇਲੇ ਦਾ ਫਾਈਨ ਹੋਇਆ ਸੀ। ਉਸੇ ਤਰ੍ਹਾਂ ਇੱਥੇ ਕੀਤਾ ਜਾ ਸਕਦਾ। ਜਿੰਨੇ ਵੀ ਜਿਹੜੇ ਧਰਨਿਆਂ ਤੇ ਸੰਘਰਸ਼ ਦੇ ਉੱਤੇ ਬੈਠੇ ਆ ਉਹ ਅਸੀਂ ਹਾਰਨ ਵਾਲੇ ਨਹੀਂ ਤੇ ਨਾ ਹੀ ਪਿੱਛੇ ਮੁੜ ਕੇ ਦੇਖਣ ਵਾਲੇ ਆ। ਜਿੰਨਾ ਟਾਈਮ ਇਹ ਕਾਨੂੰਨ ਰਿਪੀਲ ਨਹੀਂ ਹੁੰਦੇ ਅਸੀਂ ਉੱਥੋਂ ਕਿਤੇ ਵੀ ਹਿੱਲਣ ਵਾਲੇ ਨਹੀਂ ਹੈਗੇ। ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਕਿਸਾਨ ਅੰਦੋਲਨ ਨੂੰ 50 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਪਟੀਸ਼ਨਾਂ ਸੁਪਰੀਮ ਕੋਰਟ ਦੇ ਵਿੱਚ ਪਾਈਆਂ ਗਈਆਂ ਸਨ। 3 ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਜੋ ਪਟੀਸ਼ਨਾਂ ਪਾਈਆਂ ਗਈਆਂ ਸਨ, ਇਸ ਤੇ ਸੁਣਵਾਈ ਕਰਦਿਆਂ ਹੋਇਆਂ ਸੁਪਰੀਮ ਕੋਰਟ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਕਿਸਾਨ ਆਗੂਆਂ ਵੱਲੋਂ ਇਸ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਦੂਜੇ ਪਾਸੇ ਸਰਕਾਰ ਨੇ ਕਿਹਾ ਕਿ ਜਦੋਂ ਵੀ ਉਹਨਾਂ ਨੂੰ ਕਮੇਟੀ ਬੁਲਾਏਗੀ ਉਹ ਇਸ ਅੱਗੇ ਪੇਸ਼ ਹੋਣਗੇ। ਇਸ ਦੌਰਾਨ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਹੋਈਆਂ। ਇਹਨਾਂ ਸਭ ਬਾਰੇ ਜਾਣਾਂਗੇ ਐਡਵੋਕੇਟ ਰਮਨਦੀਪ ਕੌਰ ਕੋਲੋਂ। ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਸਭ ਤੋਂ ਪਹਿਲਾਂ ਜੀ ਏਕਮ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਭ ਤੋਂ ਪਹਿਲਾਂ ਐਡਵੋਕੇਟ ਰਮਨਦੀਪ, ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਹੈ ਇਹ ਕਿਹਾ ਗਿਆ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਨਾ। ਕਿਸਾਨ ਆਗੂ ਇਸ ਗੱਲ ਤੇ ਅੜੇ ਰਹੇ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਆ। ਇਸ ਸਭ ਦੇ ਦੌਰਾਨ ਸੁਪਰੀਮ ਕੋਰਟ ਦੇ ਵਿੱਚ ਬਹੁਤ ਸਾਰੀਆਂ ਪਟੀਸ਼ਨਾਂ ਪਾਈਆਂ ਗਈਆਂ ਤੇ ਸੁਪਰੀਮ ਕੋਰਟ ਨੇ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਜਿਸ ਦੇ 4 ਮੈਂਬਰ ਸਨ, ਜਿਨ੍ਹਾਂ ਵਿੱਚੋਂ ਇੱਕ ਮੈਂਬਰ ਨੇ ਅਸਤੀਫਾ ਦੇ ਦਿੱਤਾ ਕਿ ਉਹ ਇਸ ਕਮੇਟੀ ਦਾ ਹਿੱਸਾ ਨਹੀਂ ਬਣਨਗੇ। ਹੁਣ ਇਸ ਕਮੇਟੀ ਦੇ ਵਿੱਚ 3 ਮੈਂਬਰ ਰਹਿ ਗਏ ਹੈ। ਕਿਸਾਨ ਆਗੂਆਂ ਨੇ ਸਾਫ਼ ਕਹਿ ਦਿੱਤਾ ਕਿ ਉਹ ਇਸ ਕਮੇਟੀ ਦੇ ਅੱਗੇ ਪੇਸ਼ ਨਹੀਂ ਹੋਣਗੇ। ਕਿ ਜਦੋਂ ਕਿਸਾਨ ਆਗੂ ਇਸ ਕਮੇਟੀ ਦੇ ਅੱਗੇ ਪੇਸ਼ ਨਹੀਂ ਹੋਣਗੇ ਤਾਂ ਕੋਰਟ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰ ਸਕਦਾ ਆ? ਬਿਲਕੁਲ, ਕੋਰਟ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਕਦਾ। ਕੋਰਟ ਉਹਨਾਂ ਤੇ ਵੱਧ ਤੋਂ ਵੱਧ ਜਿਹੜਾ ਕੰਟੈਂਪਟ ਆਫ ਕੋਰਟ ਦੀ ਕਾਰਵਾਈ ਕਰ ਸਕਦਾ। ਜੀ, ਇਹ ਜਿਹੜਾ ਕੰਟੈਂਪਟ ਆਫ ਕੋਰਟ ਹੁੰਦਾ ਆ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਤੇ ਉਹਨਾਂ ਨੂੰ ਕੀ ਸਜ਼ਾ ਹੋ ਸਕਦੀ ਹੈ? ਕੰਟੈਂਪਟ ਆਫ ਕੋਰਟ ਉਦੋਂ ਹੁੰਦਾ ਜਦੋਂ ਆਪਾਂ ਆਪਣੀ ਮਾਨਯੋਗ ਉੱਚ ਅਦਾਲਤ ਦੀ ਕੋਈ ਵੀ ਗੱਲ ਨਹੀਂ ਮੰਨਦੇ, ਗੱਲ ਠੁਕਰਾਉਣੇ ਆ, ਉਹਦੇ ਖਿਲਾਫ ਜਾਂਦੇ ਆ। ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ 1 ਧੇਲੇ ਦੀ ਪਨਿਸ਼ਮੈਂਟ ਦਿੱਤੀ ਜਾਊ ਜਿੱਦਾਂ ਕਿ ਪ੍ਰਸ਼ਾਂਤ ਭੂਸ਼ਣ ਤੇ ਹੋਇਆ ਸੀਗਾ। ਉਹਨਾਂ ਨੇ ਕੰਟੈਂਪਟ ਆਫ ਕੋਰਟ ਕੀਤਾ ਸੀ ਉਸ ਟਾਈਮ। ਬੋਬੜੇ ਜੀ ਜਿਹੜੇ ਆਪਣੇ ਚੀਫ ਜਸਟਿਸ ਨੇ ਉਹਨਾਂ ਦੇ ਵਿਰੁੱਧ ਜਿਹੜੀ ਟਵੀਟ ਕੀਤੀ ਸੀ ਉਹਨਾਂ ਨੇ, ਉਸ ਟਾਈਮ ਉਹਨਾਂ ਨੂੰ 1 ਧੇਲੇ ਦਾ ਫਾਈਨ ਹੋਇਆ ਸੀ। ਉਸੇ ਤਰ੍ਹਾਂ ਇੱਥੇ ਕੀਤਾ ਜਾ ਸਕਦਾ। ਇਸ ਤੋਂ ਵੱਧ ਕੇ ਉਹਨਾਂ ਨੂੰ ਕੋਈ ਵੀ ਪਨਿਸ਼ਮੈਂਟ ਆ ਨਹੀਂ ਦਿੱਤੀ ਜਾ ਸਕਦੀ। ਜੀ, ਇਹ ਤੇ ਗੱਲ ਕੀਤੀ ਅਸੀਂ ਕੰਟੈਂਪਟ ਆਫ ਕੋਰਟ ਦੀ। ਇਸ ਤੋਂ ਇਲਾਵਾ ਜੇਕਰ ਆਪਾਂ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਸਾਰੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਸੀਗੀਆਂ। ਔਰਤਾਂ ਨੂੰ ਲੈ ਕੇ ਵੀ ਉਹਨਾਂ ਨੇ ਇੱਕ ਜਿਹੜੀ ਫਿਕਰਮੰਦੀ ਜ਼ਾਹਿਰ ਕੀਤੀ ਸੀਗੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀ ਔਰਤਾਂ ਨੂੰ ਲੈ ਕੇ ਉਹਨਾਂ ਨੇ ਫਿਕਰਮੰਦੀ ਜ਼ਾਹਿਰ ਕੀਤੀ ਆ, ਮੰਨਦੇ ਆ ਵੀ ਉਹ ਫਿਕਰਮੰਦ ਹੋਣਗੇ, ਪਰ ਇਹ ਉਹਨਾਂ ਦੀ ਸਰਾਸਰ ਗਲਤ ਗੱਲ ਆ ਕਿਉਂਕਿ ਉਹ ਸਿਰਫ ਸੰਘੀਵਾਦੀ ਸੋਚ ਤੇ ਇੱਕ ਮਨੂਵਾਦੀ ਸੋਚ ਤੇ ਚੱਲ ਰਹੇ ਨੇ। ਜਿਹੜੀ ਕਿ ਬੀਜੇਪੀ ਆਰਐਸਐਸ ਦੀ ਸੋਚ ਆ ਉਹ ਸਿਰਫ ਔਰਤ ਨੂੰ ਕੰਧਾਂ ਤੱਕ ਤੇ ਰਸੋਈ ਤੱਕ ਸੀਮਤ ਰੱਖਣਾ ਚਾਹੁੰਦੀ ਆ, ਪਰ ਜਿਹੜੀ ਔਰਤ ਆ ਉਹ ਕੰਧਾਂ ਤੱਕ ਤੇ ਰਸੋਈ ਤੱਕ ਸੀਮਤ ਨਹੀਂ। ਔਰਤ ਧਰਨਿਆਂ ਦੇ ਵਿੱਚ, ਸੰਘਰਸ਼ ਦੇ ਵਿੱਚ ਜਾ ਕੇ ਬਰਾਬਰਤਾ ਦਾ ਹੱਕ ਰੱਖਦੀ ਆ। ਪਰ ਜਿਹੜੀ ਸੁਪਰੀਮ ਕੋਰਟ ਨੇ ਇਹ ਅਸੰਵਿਧਾਨਿਕ ਜੀ ਗੱਲ ਕੀਤੀ ਆ, ਸਾਡੇ ਕਨਸਟੀਟਿਊਸ਼ਨ ਨੂੰ ਜਿਹੜੀ ਹਾਨੀ ਵੀ ਪਹੁੰਚਾਈ ਆ ਕਿਉਂਕਿ ਸਾਡੀਆਂ ਔਰਤਾਂ ਦੇ ਜਿਹੜੇ ਹੱਕਾਂ ਦੇ ਉੱਤੇ ਡਾਕਾ ਮਾਰਿਆ। ਸਾਡਾ ਆਰਟੀਕਲ ਜਿਹੜਾ 14 ਗਾ, ਤੁਹਾਨੂੰ ਮੈਂ ਦਿਖਾਉਣੀ ਆ, ਜਿਹੜਾ ਸਾਡਾ ਆਰਟੀਕਲ 14 ਇਕੁਐਲਿਟੀ ਬਿਫੋਰ ਲਾਅ ਦੀ ਗੱਲ ਕਰਦਾ ਹੈ, ਜਿਹਦੇ ਵਿੱਚ ਔਰਤਾਂ ਨੂੰ ਵੀ ਬਰਾਬਰਤਾ ਹੱਕ ਦਿੱਤਾ ਗਿਆ ਤੇ ਕੋਈ ਵੀ ਇਹਦੇ ਤੇ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾ ਸਕਦਾ। ਸੈਕਸ ਦੇ ਬੇਸ ਤੇ ਨਹੀਂ ਕੀਤਾ ਜਾ ਸਕਦਾ, ਰੇਸ ਦੇ ਬੇਸ ਤੇ ਨਹੀਂ ਕੀਤਾ ਜਾ ਸਕਦਾ, ਰਿਲੀਜਨ ਦੇ ਬੇਸ ਤੇ ਨਹੀਂ ਕੀਤਾ ਜਾ ਸਕਦਾ। ਸੋ ਫਿਰ ਔਰਤ ਨੂੰ ਵੀ ਸੰਘਰਸ਼ ਦੇ ਵਿੱਚ ਬਰਾਬਰਤਾ ਦਾ ਹੱਕ ਹੈ।
ਸੋ ਜੇ ਉਹਨਾਂ ਨੂੰ ਸਾਡੀ ਇੰਨੀ ਫਿਕਰ ਆ ਤਾਂ ਉਹ ਸਾਡੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਰਿਪੀਲ ਕਰ ਦੇਣ, ਤਾਂ ਸਾਡੇ ਔਰਤਾਂ ਕੀ, ਸਾਡੇ ਜਿਹੜੇ ਸਾਰੇ ਬਜ਼ੁਰਗ ਨੇ, ਮਰਦ ਸਾਡੇ ਜਿੰਨੇ ਵੀ ਨੇ, ਬੱਚੇ ਨੇ, ਉਹ ਸਾਰੇ ਹੀ ਘਰਾਂ ਨੂੰ ਵਾਪਸ ਚਲੇ ਜਾਣ। ਜੀ, ਤੁਹਾਨੂੰ ਕੀ ਲੱਗਦਾ ਹੈਗਾ ਕਿ ਕੇਂਦਰ ਸਰਕਾਰ ਜਿਹੜਾ ਜਾਣਬੁੱਝ ਕੇ ਇਸ ਅੰਦੋਲਨ ਨੂੰ ਲੰਬਾ ਖਿੱਚ ਰਹੀ ਹੈ ਕਿ ਨਹੀਂ? ਬਿਲਕੁਲ ਜੀ, ਸਾਨੂੰ ਇਹ ਲੱਗਦਾ ਵੀ ਜਿਹੜੀ ਕੇਂਦਰ ਸਰਕਾਰ ਹੈ ਉਹ ਸਾਡੇ ਸੰਘਰਸ਼ ਨੂੰ ਜਾਣਬੁੱਝ ਕੇ ਲੰਬਾ ਖਿੱਚ ਰਹੀ ਆ। ਉਹ ਕਿਉਂ ਖਿੱਚ ਰਹੀ ਆ? ਕਿਉਂਕਿ ਪਿਛਲੇ 3.5 ਮਹੀਨੇ ਹੋ ਗਏ ਨੇ। 25 ਸਤੰਬਰ ਤੋਂ ਸਟਾਰਟ ਕੀਤਾ ਸੀ, 26 ਅਸੀਂ ਤਰੀਕ ਤੋਂ ਇੱਥੇ ਬੈਠੇ ਆਂਗੇ ਦਿੱਲੀ ਦੇ ਬਾਰਡਰਾਂ ਦੇ ਉੱਤੇ। ਇਹ ਲੰਬਾ ਖਿੱਚਣ ਦਾ ਕਾਰਨ ਇਹ ਆ, ਬਾਰ-ਬਾਰ ਮੀਟਿੰਗਾਂ ਕਰਨ ਦਾ ਕਾਰਨ ਇਹ ਆ ਵੀ ਜਿਹੜਾ ਸਾਡਾ ਸਬਰ ਆ ਤੇ ਸੰਤੋਖ ਆ ਉਹ ਟੁੱਟ ਜੇ, ਤੇ ਲੋਕਾਂ ਦਾ ਜਿਹੜਾ ਇਕੱਠ ਵੱਧ ਰਿਹਾ ਉਹ ਤੋਂ ਕਿਤੇ ਨਾ ਕਿਤੇ ਡਰੀ ਪਈ ਆ ਵੀ ਇਕੱਠ ਆ ਜਿਹੜਾ ਹੋਰ ਨਾ ਵੱਧ ਜੇ। ਪਰ ਜਿਹੜਾ ਲਗਾਤਾਰ ਇਕੱਠ ਆ ਉਹ ਵੱਧਦਾ ਜਾ ਰਿਹਾ, ਤੇ ਇਸੇ ਕਰਕੇ ਉਹਨਾਂ ਨੂੰ ਡਰ ਹੈਗਾ ਵੀ ਸਾਨੂੰ ਰਿਪੀਲ ਤਾਂ ਇਹ ਕਰਨੇ ਪੈਣਗੇ। ਉਹ ਅੰਦਰੋਂ ਤਾਂ ਬਿਲਕੁਲ ਡਰੀ ਪਈ ਆ, ਤੇ ਲੰਬਾ ਉਹ ਤਾਂ ਕਰ ਰਹੇ ਨੇ ਕਿਉਂਕਿ ਲੋਕਾਂ ਦਾ ਜਦੋਂ ਸਬਰ ਸੰਤੋਖ ਟੁੱਟ ਜੂ ਵੀ ਘਰਾਂ ਨੂੰ ਵਾਪਸ ਚਲੇ ਜਾਣਗੇ, ਇਕੱਠ ਭੀੜ ਆਪੀ ਘਟ ਜੂ ਤੇ ਆਪੀ ਇਹ ਹਾਰ ਮੰਨ ਲੈਣਗੇ। ਪਰ ਜਿਹੜੇ ਸਾਡੇ ਕਿਸਾਨ ਆਗੂ ਨੇ ਤੇ ਸਾਡੇ ਜਿੰਨੇ ਵੀ ਜਿਹੜੇ ਧਰਨਿਆਂ ਤੇ ਸੰਘਰਸ਼ ਦੇ ਉੱਤੇ ਬੈਠੇ ਆ, ਉਹ ਅਸੀਂ ਹਾਰਨ ਵਾਲੇ ਨਹੀਂ ਤੇ ਨਾ ਹੀ ਪਿੱਛੇ ਮੁੜ ਕੇ ਦੇਖਣ ਵਾਲੇ ਆ। ਜਿੰਨਾ ਟਾਈਮ ਇਹ ਕਾਨੂੰਨ ਰਿਪੀਲ ਨਹੀਂ ਹੁੰਦੇ ਅਸੀਂ ਉੱਥੋਂ ਕਿਤੇ ਵੀ ਹਿੱਲਣ ਵਾਲੇ ਨਹੀਂ ਹੈਗੇ। ਜੀ, ਜੇਕਰ ਆਪਾਂ ਗੱਲ ਕਰੀਏ ਤਾਂ ਕਿਸਾਨ ਆਗੂ ਕਹਿ ਰਿਹਾ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਦੂਜੇ ਪਾਸੇ ਸਰਕਾਰ ਕਹਿੰਦੀ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਨਾ ਹੈਗਾ, ਅਸੀਂ ਇਹਨਾਂ ਦੇ ਵਿੱਚ ਸੋਧਾਂ ਕਰਨ ਲਈ ਰਾਜੀ ਹਾਂ। ਇੱਕ ਡੈਡਲੌਕ ਦੀ ਸਥਿਤੀ ਬਣੀ ਹੋਈ ਹੈ। ਤੁਹਾਨੂੰ ਕੀ ਲੱਗਦਾ ਹੈਗਾ ਕਿ ਇਸ ਡੈਡਲੌਕ ਦੀ ਸਥਿਤੀ ਨੂੰ ਕਿਵੇਂ ਤੋੜਿਆ ਜਾ ਸਕਦਾ ਆ? ਦੇਖੋ, ਇੰਨੀਆਂ ਮੀਟਿੰਗਾਂ ਹੋ ਚੁੱਕੀਆਂ ਨੇ, 9 ਤਕਰੀਬਨ ਮੀਟਿੰਗਾਂ ਹੋ ਗਈਆਂ। ਸਾਡੇ ਕਿਸਾਨ ਆਗੂਆਂ ਦੇ ਅੱਗੇ ਬਾਰ-ਬਾਰ ਜਿਹੜਾ ਇੱਕ ਪ੍ਰਸਤਾਵ ਰੱਖਿਆ ਜਾ ਰਿਹਾ ਵੀ ਅਸੀਂ ਸੋਧਾਂ ਕਰ ਦਾਂਗੇ ਕਾਨੂੰਨਾਂ ਦੇ ਵਿੱਚ, ਤੇ ਉਹਨਾਂ ਨੇ ਹੁਣ ਸੁਪਰੀਮ ਕੋਰਟ ਦੀ ਵੀ ਸਹਾਇਤਾ ਤਾਂ ਹੀ ਲਈ ਆ ਵੀ ਸੋਧਾਂ ਕਰ ਦੇਣ, ਵੀ ਸਾਡੇ ਤੋਂ ਫੈਸਲਾ ਨਹੀਂ ਹੋ ਰਿਹਾ ਇਸ ਦਾ। ਦੇਖੋ ਜੀ, ਸੋਧਾਂ ਤਾਂ ਹੈ ਨਹੀਂ ਸਾਨੂੰ ਮਨਜ਼ੂਰ ਸਾਡੇ ਕਿਸਾਨ ਆਗੂਆਂ ਨੂੰ, ਕਿਉਂਕਿ ਜ਼ਿਆਦਾਤਰ ਜਿਹੜੇ ਖੇਤੀ ਕਰਦੇ ਆ ਉਹਨਾਂ ਨੂੰ ਪਤਾ ਵੀ ਇਹ ਬਿੱਲ ਚੰਗੇ ਨੇ ਜਾਂ ਮਾੜੇ ਨੇ। ਇਹ ਸਾਨੂੰ ਸੁਪਰੀਮ ਕੋਰਟ ਜਾਂ ਸਰਕਾਰ ਨਹੀਂ ਦੱਸ ਸਕਦੀ ਬਿੱਲ ਵੀ ਸਾਡੇ ਲਈ ਕਿੰਨੇ ਕੁ ਮਾੜੇ ਨੇ ਤੇ ਕਿੰਨੇ ਕੁ ਚੰਗੇ ਨੇ। ਇਸੇ ਕਰਕੇ ਸਾਡਾ ਸਾਰਿਆਂ ਦਾ ਇੱਕ ਆ ਤੇ ਇੱਕੋ ਹੀ ਗੱਲ ਆ ਵੀ ਅਸੀਂ ਜਿਹੜੇ ਕਾਨੂੰਨ ਨੇ ਉਹ ਸਿਰਫ ਰੱਦ ਹੀ ਕਰਾਉਣੇ ਨੇ, ਤੇ ਇਸੇ ਕਰਕੇ ਸਾਨੂੰ ਕੋਈ ਵੀ ਜਿਹੜੀਆਂ ਸੋਧਾਂ ਨੇ ਉਹ ਮਨਜ਼ੂਰ ਨਹੀਂ। ਤੇ ਜਿਹੜੀ ਸਰਕਾਰ ਆ ਤੇ ਉੱਚ ਅਦਾਲਤ ਆ ਉਹਨੂੰ ਇਹ ਸੋਚਣਾ ਪਊਗਾ ਵੀ ਜਿਹੜੇ ਕਾਨੂੰਨ ਜਿਹੜੇ ਉਹਨਾਂ ਦੇ ਅਧਿਕਾਰ ਨੇ, ਠੀਕ ਹੈ, ਉਹਨਾਂ ਦੇ ਜਿਹੜੇ ਕਾਨੂੰਨ ਆਗੇ ਜਿਹੜੇ ਉਹ ਰੱਦ ਕਰਾਉਣਾ ਉਹਨਾਂ ਦਾ ਅਧਿਕਾਰ ਹੈ, ਉਹਨਾਂ ਦਾ ਸੰਘਰਸ਼ ਕਰਨਾ ਵੀ ਅਧਿਕਾਰ ਆ, ਉਹਨਾਂ ਨੂੰ ਪ੍ਰਸਤਾਵ ਨੂੰ ਠੁਕਰਾ ਨਹੀਂ ਸਕਦੀ। ਜੀ, ਜੇਕਰ ਕਿਸਾਨ ਆਗੂ ਜਿਹੜਾ ਹੈ ਕਿ ਸੁਪਰੀਮ ਕੋਰਟ ਵੱਲੋਂ ਜਿਹੜੀ ਕਮੇਟੀ ਬਣਾਈ ਆ ਉਸ ਅੱਗੇ ਪੇਸ਼ ਨਹੀਂ ਹੁੰਦੇ, ਕੀ ਸੁਪਰੀਮ ਕੋਰਟ ਇੱਕ ਪਾਸੜ ਫੈਸਲਾ ਸੁਣਾ ਸਕਦਾ ਆ? ਬਿਲਕੁਲ, ਜਿਹੜੀ ਉੱਚ ਅਦਾਲਤ ਆਪਣੀ ਸੁਪਰੀਮ ਕੋਰਟ ਆ ਉਹ ਬਿਲਕੁਲ ਇੱਕ ਐਕਸ ਪਾਰਟੀ ਹੁੰਦਾ ਹੈ ਤੇ ਉਹ ਫੈਸਲਾ ਸੁਣਾ ਸਕਦੀ ਆ, ਤੇ ਉਹ ਕੁਝ ਵੀ ਕਰ ਸਕਦੇ ਨੇ ਜੇ ਉਹ ਚਾਹਣ। ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਲੋਕਾਂ ਦਾ ਡਰ ਹੀ ਇੰਨਾ ਪੈ ਚੁੱਕਿਆ ਤੇ ਲੋਕ ਸੰਘਰਸ਼ ਦੇ ਵਿੱਚ ਹੀ ਇੰਨਾ ਆ ਚੁੱਕੇ ਆ ਵੀ ਜਿਹੜੀ ਉਹ ਇੱਕ ਫੈਸਲਾ ਸੁਣਾਊਗੀ। ਬਾਕੀ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਕੋਲੇ ਮਨੂਵਾਦੀ ਸੋਚ ਆ, ਉਹ ਉਹਨਾਂ ਦੇ ਗੁਲਾਮ ਬਣ ਕੇ ਕੰਮ ਕਰ ਰਹੀ ਆ। ਤਾਂ ਹੀ ਤਾਂ ਉਹਨਾਂ ਨੇ ਉਹੀ 4 ਮੈਂਬਰ ਕਮੇਟੀ ਦੇ ਵਿੱਚ ਲਏ ਸੀ ਜਿਹੜੇ ਆਲਰੇਡੀ ਪਹਿਲਾਂ ਹੀ ਕਾਨੂੰਨਾਂ ਦੇ ਹੱਕ ਵਿੱਚ ਬੋਲ ਚੁੱਕੇ ਆ। ਇਸੇ ਕਰਕੇ ਅਸੀਂ ਇਹਦੇ ਬਾਰੇ ਮਤਲਬ ਜ਼ਿਆਦਾ ਨਹੀਂ ਕਹਿ ਸਕਦੇ। ਉਹ ਕੁਝ ਵੀ ਫੈਸਲਾ ਲੈ ਸਕਦੀ ਆ, ਉਹ ਇੱਕ ਪਾਸੇ ਦਾ ਵੀ ਲੈ ਸਕਦੀ ਆ, ਸਰਕਾਰ ਦੇ ਪ੍ਰਤੀ ਵੀ ਲੈ ਸਕਦੀ ਆ, ਪਰ ਜੇ ਉਹ ਦੇਖਿਆ ਜਾਵੇ ਕਿਸਾਨਾਂ ਦੇ ਪ੍ਰਤੀ ਵੀ ਲੈ ਸਕਦੀ ਆ। ਪਰ ਸਾਨੂੰ ਕਿਤੇ ਨਾ ਕਿਤੇ ਇਹ ਲੱਗਦਾ ਵੀ ਉਹ ਸਰਕਾਰ ਦੇ ਹੀ ਖੜੂਗੀ ਨਾਲ, ਕਿਉਂਕਿ ਪਹਿਲਾਂ ਇੰਨੇ ਟਾਈਮ ਤੋਂ ਜਦੋਂ ਕਿਸਾਨਾਂ ਦੇ ਨਾਲ ਨਹੀਂ ਖੜੇ ਤੇ ਅੱਜ ਕੌਣ ਖੜ ਸਕਦਾ? ਕਿਉਂਕਿ ਇੰਨੇ ਕਿਸਾਨ ਧਰਨਿਆਂ ਦੇ ਉੱਤੇ ਬੈਠੇ ਨੇ, ਜਦੋਂ ਉਦੋਂ ਗੱਲ ਨਹੀਂ ਸੁਣੀ ਜਾ ਸਕਦੀ ਤਾਂ ਫਿਰ ਹੁਣ ਕਿੱਥੋਂ ਸੁਣੀ ਜਾ ਸਕਦੀ? ਸਾਨੂੰ ਇਹ ਉਮੀਦ ਨਹੀਂ ਹੈਗੀ ਸੁਪਰੀਮ ਕੋਰਟ ਤੋਂ, ਪਰ ਇਹ ਦੇਖੋ ਅੱਗੇ ਫੈਸਲਾ ਕੀ ਲੈਂਦੇ ਨੇ ਉਹ। ਜੀ, ਜਿਵੇਂ ਸੁਪਰੀਮ ਕੋਰਟ ਵੱਲੋਂ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਦਿਨ ਇਸ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਦੋਂ ਕਿਸਾਨਾਂ ਦੇ ਜਿਹੜੇ ਵਕੀਲ ਸੀਗੇ ਉਹ ਪੇਸ਼ ਨਹੀਂ ਸੀ ਹੋਏ ਸੁਪਰੀਮ ਕੋਰਟ ਅੱਗੇ, ਤਾਂ ਜਿਹੜੀ ਇਹ ਕਮੇਟੀ ਬਣੀ ਹੈਗੀ ਹੈ ਇਹਨਾਂ ਕਿਵੇਂ ਨਾਮਜ਼ਦ ਕੀਤੇ ਗਏ ਮੈਂਬਰ, ਇਸ ਬਾਰੇ ਕੁਝ ਦੱਸ ਸਕਦੇ ਹੋ ਸਾਡੇ ਦਰਸ਼ਕਾਂ ਨੂੰ? ਹਾਂਜੀ, ਜਿਹੜੇ ਮੈਂਬਰ ਨੇਗੇ ਇਹ ਜਿਹੜੀ ਸੁਪਰੀਮ ਕੋਰਟ ਨੇ ਬਣਾਏ ਹੀ ਉਸ ਤਰ੍ਹਾਂ ਨੇ ਵੀ ਜਿਹੜੇ ਕਾਨੂੰਨਾਂ ਦੇ ਪਹਿਲਾਂ ਪੱਖ 'ਚ ਬੋਲੇ ਹੋਏ ਨੇ ਤੇ ਹੁਣ ਵੀ ਉਹ ਪੱਖ 'ਚ ਹੀ ਬੋਲਣਗੇ, ਤੇ ਲੋਕਾਂ ਨੇ ਇਹਨਾਂ ਦਾ ਵਿਰੋਧ ਹੀ ਇਸੇ ਲਈ ਕੀਤਾ ਸੀ। ਸਾਡੇ ਕਿਸਾਨ ਆਗੂਆਂ ਨੇ ਕਹਿਤਾ ਸੀ ਵੀ ਸਾਨੂੰ ਇਹ ਕਮੇਟੀ ਮਨਜ਼ੂਰ ਨਹੀਂ ਹੈਗੀ। ਉਹ ਮਨਜ਼ੂਰ ਕਿਉਂ ਨਹੀਂ ਹੈਗੀ? ਕਿਉਂਕਿ ਜਿਹੜੀਆਂ ਉਹਨਾਂ ਦੀਆਂ ਸਟੇਟਮੈਂਟ ਸੀਗੀਆਂ ਸਾਰੀਆਂ 4, ਹੁਣ ਜਿਹੜੇ ਉਹਨਾਂ ਵਿੱਚ ਭੁਪਿੰਦਰ ਸਿੰਘ ਮਾਨ ਨੇ ਉਹ ਅਸਤੀਫਾ ਕਿਉਂ ਦੇ ਗਏ? ਕਿਉਂਕਿ ਉਹਨਾਂ ਨੂੰ ਕਿਸਾਨ ਆਗੂਆਂ ਦਾ ਡਰ ਹੈ, ਕਿਉਂਕਿ ਉਹ ਆਪਣੇ ਆਪ ਨੂੰ ਉਹਨਾਂ ਦੇ ਖਿਲਾਫ ਲਿਜਾ ਕੇ ਨਹੀਂ ਬੋਲਣਾ ਚਾਹੁੰਦੇ। ਉੱਤੋਂ ਦਾ ਉਹਨਾਂ ਨੂੰ ਸਾਡੀ ਸੁਪਰੀਮ ਕੋਰਟ ਦਾ ਡਰ ਹੋਊਗਾ, ਉੱਤੋਂ ਜਿਹੜੇ ਜੇ ਉਹ ਉਧਰ ਦੇ ਪੱਖ ਦੇ ਹੋ ਜਾਣਗੇ ਤਾਂ ਕਿਸਾਨਾਂ ਦਾ ਡਰ ਹੋਊ। ਇਸੇ ਕਰਕੇ ਉਹਨਾਂ ਨੇ ਇਸ ਤੋਂ ਅਸਤੀਫਾ ਹੀ ਦੇਤਾ ਵੀ ਮੈਂ ਇਹ ਗੱਲ ਦੇ ਵਿੱਚ ਤੁਹਾਡੀ ਦੇ ਵਿੱਚ ਆਉਣਾ ਹੀ ਨਹੀਂ ਚਾਹੁੰਦਾ, ਤੇ ਇਸੇ ਕਰਕੇ ਹੀ ਸਾਰਾ ਕੁਝ ਹੋ ਰਿਹਾ। ਹੁਣ ਦੇਖੋ ਵੀ ਅੱਗੇ ਹੋਰ ਕੀ ਹੁੰਦਾ ਇਹਦੇ 'ਚ। ਜੀ, 26 ਜਨਵਰੀ ਨੂੰ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਆ। ਇਸ ਬਾਬਤ ਵੀ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
26 ਜਨਵਰੀ ਸਾਡੇ ਕਿਸਾਨ ਆਗੂ ਨੇ ਐਲਾਨ ਕੀਤੀ ਆ ਵੀ ਉਸ ਦਿਨ ਟਰੈਕਟਰ ਮਾਰਚ ਆ ਜਿਹੜਾ ਕੱਢਿਆ ਜਾਊਗਾ, ਜਿਹੜਾ ਸਾਡਾ ਰਿਪਬਲਿਕ ਡੇ ਆ ਉਹ ਮਨਾਇਆ ਜਾਊ। ਉਸ ਦਿਨ ਸਾਡੇ 1950 ਦੇ ਵਿੱਚ ਕਾਨੂੰਨ ਲਾਗੂ ਕੀਤਾ ਗਿਆ ਸੀ। ਹੁਣ ਉਹ ਤਾਂ ਵੀ ਹੈਗਾ ਕਿਉਂਕਿ ਜਿਹੜਾ ਕਾਨੂੰਨ 1950 ਦੇ ਵਿੱਚ ਲਾਗੂ ਕੀਤਾ ਗਿਆ ਸੀ ਲੋਕਾਂ ਦੇ ਹਿੱਤਾਂ ਦੇ ਲਈ ਕੀਤਾ ਗਿਆ ਸੀ, ਲੋਕਾਂ ਨੂੰ ਦਬਾਉਣ ਦੇ ਲਈ ਨਹੀਂ ਸੀ ਕੀਤਾ ਗਿਆ। ਸੋ ਜਿਹੜੇ ਕਿਸਾਨ ਆਗੂ ਨੇ ਉਹਨਾਂ ਦਾ ਕਹਿਣਾ ਗਾ ਵੀ ਜਿਹੜਾ 26 ਤਰੀਕ ਨੂੰ ਟਰੈਕਟਰ ਮਾਰਚ ਹੋਊਗਾ ਉਹ ਹੋਊਗਾ, ਤੇ ਜਿਹੜੀ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ 26 ਤਰੀਕ ਨੂੰ ਜਿਹੜਾ ਤੁਹਾਡਾ ਮਾਰਚ ਹੈ ਇਹ ਹੋਣਾ ਨਹੀਂ ਚਾਹੀਦਾ। ਪਰ ਸਾਡੇ ਕਿਸਾਨ ਆਗੂਆਂ ਨੇ ਬਿਲਕੁਲ ਠੁਕਰਾਤੀ, ਕਹਿੰਦੇ ਵੀ ਅਸੀਂ ਜਿਹੜਾ ਟਰੈਕਟਰ ਮਾਰਚ ਆ ਉਹ ਕਰਾਂਗੇ, ਇਹ ਸਾਡਾ ਅਧਿਕਾਰ ਹੈ, ਜੋ ਸਾਨੂੰ ਕੋਈ ਰੋਕ ਨਹੀਂ ਸਕਦਾ। ਜੀ ਜੇਕਰ ਆਪਾਂ ਅੰਦੋਲਨ ਦੀ ਗੱਲ ਕਰੀਏ ਤਾਂ ਸ਼ਾਂਤਮਈ ਢੰਗ ਨਾਲ ਅੰਦੋਲਨ ਕਰਨ ਦੀ ਆਜ਼ਾਦੀ ਜਿਹੜਾ ਹੈ ਸਾਡਾ ਸੰਵਿਧਾਨ ਦਿੰਦਾ ਹੈਗਾ ਆ। ਸੁਪਰੀਮ ਕੋਰਟ ਨੇ ਵੀ ਇਸ ਬਾਬਤ ਜਿਹੜਾ ਹੈ ਕੇਂਦਰ ਸਰਕਾਰ ਨੂੰ ਝਾੜ ਪਾਈ ਸੀ ਕਿ ਉਹਨਾਂ ਨੇ ਜਿਹੜਾ ਹੈ ਹਾਲੇ ਤੱਕ ਕਿਸਾਨ ਅੰਦੋਲਨ ਨੂੰ ਲੈ ਕੇ ਕੋਈ ਜਿਹੜੀ ਪਹਿਲ ਕਦਮੀਆਂ ਨਹੀਂ ਕੀਤੀਆਂ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਸਾਡਾ ਅੰਦੋਲਨ ਆ ਤੇ ਅਸੀਂ ਜਿਹੜਾ ਇਹ ਪੀਸਫੁਲੀ ਇੰਨੇ ਟਾਈਮ ਤੋਂ ਚਲਾ ਰਹੇ ਹਾਂ, ਇਹਦੇ ਵਿੱਚ ਕੋਈ ਵੀ ਇੰਨੀ ਕੋਈ ਹਿੰਸਕ ਗੱਲ ਨਹੀਂ ਕੀਤੀ ਗਈ ਹੈਗੀ ਜਿਹੜੇ ਸਾਡੇ ਪੀਸਫੁਲ ਵੇ ਨੂੰ ਖਰਾਬ ਕਰੇ। ਤੇ ਜਿਹੜਾ ਸਾਡਾ ਬਾਕੀ ਸਾਡਾ ਰਾਈਟ ਵੀ ਹੈਗਾ ਆਰਟੀਕਲ 90 ਆ, ਠੀਕ ਹੈ, ਉਹਦੇ ਵਿੱਚ ਅਸੀਂ ਪੀਸਫੁਲ ਪ੍ਰੋਟੈਸਟ ਕਰ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਇਹ ਸਿਰਫ ਸਾਨੂੰ ਮਤਲਬ ਵੀ ਇੱਕ ਉਲਝਾਉਣ ਦੀਆਂ ਗੱਲਾਂ ਨੇ, ਬਾਰ-ਬਾਰ ਮੀਟਿੰਗਾਂ ਕਰਕੇ ਉਲਝਾਉਣ ਦੀਆਂ ਗੱਲਾਂ ਨੇ, ਤੁਹਾਡੇ ਰਾਈਟ ਨਹੀਂ ਬਣਦਾ, ਇਹ ਸਾਰੀਆਂ ਚੀਜ਼ਾਂ ਸੁਪਰੀਮ ਕੋਰਟ ਵੱਲੋਂ ਸਾਨੂੰ ਜਾਣ ਬੁੱਝ ਕੇ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ। ਤੇ ਬਾਕੀ ਜਿਹੜੇ ਭੜਕਾਊ ਭਾਸ਼ਣ ਨੇ ਉਹ ਚੀਜ਼ਾਂ ਵੀ ਪ੍ਰਮੋਟ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਸਾਡੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦਾ ਪਹਿਲੇ ਦਿਨ ਤੋਂ ਸੁਨੇਹਾ ਇਹ ਰਿਹਾ, ਹੁਣ 26 ਤਰੀਕ ਨੂੰ ਵੀ ਜਿਹੜਾ ਹੋਣਾ ਉਹ ਵੀ ਸੁਨੇਹਾ ਇਹੀ ਆ ਵੀ ਜਿਹੜਾ ਆਪਾਂ ਪ੍ਰੋਟੈਸਟ ਆ ਤੇ ਰੈਲੀ ਉਹ ਸਿਰਫ ਪੀਸਫੁਲ ਵੇ ਨਾਲ ਕਰਨੀ ਆ। ਜੀ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਕਾਫੀ ਸਮਾਂ ਬਿਤਾ ਕੇ ਆਏ ਹੋ, ਉੱਥੋਂ ਦੀਆਂ ਸਥਿਤੀਆਂ ਤੇ ਹਾਲਾਤਾਂ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਦੇਖੋ, ਅਸੀਂ ਸਾਡੀ ਟੀਮ ਹੈਗੀ ਜਿਹੜੀ ਉਹ ਕਿਸਾਨ ਅੰਦੋਲਨ ਵਿੱਚ 25 ਸਤੰਬਰ ਤੋਂ ਹੀ ਲੱਗੀ ਹੋਈ ਆ। ਜਦੋਂ ਤੋਂ ਦਿੱਲੀ ਬਾਰਡਰ ਤੇ ਬੈਠੇ ਆ ਉਸ ਟਾਈਮ ਤੋਂ ਲੱਗੀ ਹੋਈ ਆ। ਅਸੀਂ ਡਿਟੇਨ ਵੀ ਹੋਏ ਆ ਤੇ ਅਸੀਂ ਹੁਣ ਲਗਾਤਾਰ ਉੱਥੇ ਹੀ ਰਹਿਣੇ ਆ ਜਿੱਦਾਂ ਸਾਡੇ ਕਿਸਾਨ ਰਹਿੰਦੇ ਨੇ। ਅਸੀਂ ਉਹਨਾਂ ਦੇ ਨਾਲ, ਸਾਡਾ ਟੈਂਟ ਆ, ਉੱਥੇ ਹੀ ਰਹਿਣੇ ਆ। ਉਹਨਾਂ ਦੇ ਠੰਡ ਬਹੁਤ ਹੈ, ਜਿਹੜੀਆਂ ਉੱਥੇ ਔਰਤਾਂ ਨੇ, ਠੀਕ ਹੈ, ਰਹਿਣਾ ਤਾਂ ਬਹੁਤ ਔਖਾ, ਪਰ ਉਹਨਾਂ ਦਾ ਜਜ਼ਬਾ ਨਾ ਜਿਹੜਾ ਉਹਦੇ ਅੱਗੇ ਸਾਰੀਆਂ ਚੀਜ਼ਾਂ ਫਿੱਕੀਆਂ ਨੇ। ਅਸੀਂ ਉਹਨਾਂ ਨੂੰ ਪੁੱਛਦੇ ਹਾਂ, ਜਦੋਂ ਕੋਈ ਬਿਮਾਰ ਵੀ ਹੁੰਦੇ ਆ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਤੁਸੀਂ ਘਰ ਚਲੇ ਜਾਓ, ਰੈਸਟ ਕਰ ਲਓ। ਸਾਡੇ ਇੱਕ ਦਾਦੀ ਸੀਗੇ ਉੱਥੇ 85 ਸਾਲ ਦੇ ਸੀ ਤੇ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਏ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਂ ਤਾਂ ਰੈਸਟ ਕਰ ਲਓ ਜਾਂ ਘਰ ਚਲੇ ਜਾਓ। ਉਹਨਾਂ ਨੇ ਮੈਨੂੰ ਇੱਕ ਹੀ ਜਵਾਬ ਦਿੱਤਾ, ਕਹਿੰਦੇ ਪੁੱਤ ਅਸੀਂ ਇੱਥੇ ਆਪਣੇ ਹੱਕ ਲੈਣ ਲਈ ਆਏ ਆ, ਜੇ ਅਸੀਂ ਘਰ ਵਾਪਸ ਚਲੇ ਗਏ ਤਾਂ ਅਸੀਂ ਆਪਣੇ ਪੋਤਿਆਂ ਨੂੰ ਕੀ ਮੂੰਹ ਦਿਖਾਵਾਂਗੇ। ਤੁਸੀਂ ਹੁਣ ਇਹ ਦੇਖੋ ਵੀ ਉਹਨਾਂ ਦਾ ਜਜ਼ਬਾ ਕਿੰਨਾ, ਉਹ ਆਪਣੇ ਹੱਕਾਂ ਲਈ ਲੜ ਰਹੇ ਆ, ਉਹ ਕੋਈ ਤੇ ਸਾਨੂੰ ਇੱਕ ਹੋਰ ਮੈਂ ਤੁਹਾਨੂੰ ਦੱਸਦੀ, ਸੁਪਰੀਮ ਕੋਰਟ ਨੇ ਇਹ ਕਿਹਾ ਵੀ ਇਹ ਔਰਤਾਂ ਰੱਖੀਆਂ ਗਈਆਂ ਨੇ, ਇਹ ਔਰਤਾਂ ਖੁਦ ਨਹੀਂ ਆਈਆਂ, ਰੱਖੀਆਂ ਗਈਆਂ ਨੇ। ਜਿਹੜੀਆਂ ਉਹ ਔਰਤਾਂ ਨੇ ਉਹ ਕਿਸਾਨਾਂ ਦੀਆਂ ਧੀਆਂ ਵੀ ਨੇ ਤੇ ਮਾਵਾਂ ਵੀ ਨੇ ਤੇ ਭੈਣਾਂ ਵੀ ਨੇ। ਉਹ ਔਰਤਾਂ ਰੱਖੀਆਂ ਨਹੀਂ ਗਈਆਂ, ਆਪਣੇ ਫਰਜ਼ ਲੈਣ ਲਈ ਖੁਦ ਚੱਲ ਕੇ ਆਈਆਂ ਨੇ। ਤੇ ਅਸੀਂ ਇਹ ਗੱਲ ਸੁਪਰੀਮ ਕੋਰਟ ਦੀ ਬਿਲਕੁਲ ਨਕਾਰਦੇ ਹਾਂ ਜਿਹਨੇ ਸਾਡੇ ਹੱਕਾਂ ਦੇ ਉੱਤੇ ਡਾਕਾ ਮਾਰਿਆ, ਔਰਤਾਂ ਦੇ ਹੱਕਾਂ ਦੇ ਉੱਤੇ। ਨਾਲੇ ਤਾਂ ਸੁਪਰੀਮ ਕੋਰਟ ਸਾਡੇ ਹੱਕਾਂ ਦੀ ਗੱਲ ਕਰਦੀ ਹੈ, ਸਾਨੂੰ ਬਰਾਬਰਤਾ ਦਾ ਆਰਟੀਕਲ 14 ਦੇ ਹਿਸਾਬ ਨਾਲ ਸਾਨੂੰ ਬਰਾਬਰਤਾ ਦਾ ਹੱਕ ਦਿੰਦੀ ਆ, ਪਰ ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਉਹਨਾਂ ਨੇ ਬਿਲਕੁਲ ਵੀ ਨਹੀਂ ਸੋਚਿਆ ਵੀ ਔਰਤਾਂ ਨੂੰ ਇਹ ਗੱਲ ਕਿੱਦਾਂ ਅਫੈਕਟ ਕਰੂਗੀ। ਸੋ ਅਸੀਂ ਇੱਥੇ ਰੱਖੇ ਨਹੀਂ ਗਏ ਹੈਗੇ, ਅਸੀਂ ਇੱਥੇ ਖੁਦ ਚੱਲ ਕੇ ਆਏ ਹਾਂ। ਤੇ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਬਹੁਤ ਸ਼ਾਂਤਮਈ ਢੰਗ ਦੇ ਨਾਲ ਚੱਲ ਰਿਹਾ। ਤੇ ਜਿਹੜਾ ਉੱਥੋਂ ਦਾ ਮਾਹੌਲ ਹੈ ਔਰਤਾਂ ਦੇ ਲਈ, ਬੀਬੀਆਂ ਦੇ ਲਈ, ਮੇਰੇ ਵਰਗੀਆਂ ਨੌਜਵਾਨ ਕੁੜੀਆਂ ਦੇ ਲਈ ਬਹੁਤ ਜ਼ਿਆਦਾ ਵਧੀਆ, ਕਿਉਂਕਿ ਸਾਡੇ ਉੱਥੇ ਬਜ਼ੁਰਗ ਨੇ ਉਹ ਵੀ ਸਾਡਾ ਪੂਰਾ ਖਿਆਲ ਰੱਖਦੇ ਆ, ਜਿਹੜੇ ਸਾਡੇ ਉੱਥੇ ਭਰਾ ਨੇ ਉਹ ਵੀ ਸਾਡਾ ਪੂਰਾ ਖਿਆਲ ਰੱਖਦੇ ਆ ਤੇ ਸਾਨੂੰ ਪੂਰਾ ਮਾਣ ਇੱਜ਼ਤ ਦਿੰਦੇ ਨੇ। ਜੀ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹੂੰਗੀ ਵੀ ਰੋਟੀ ਆ ਜਿਹੜਾ ਉਹ ਹਰ ਇਨਸਾਨ ਖਾਂਦਾ। ਸੋ ਸਾਡੇ ਕਿਸਾਨ ਨੂੰ ਅੱਜ ਸਾਡੀ ਲੋੜ ਆ, ਚਾਹੇ ਉਹ ਵਕੀਲ ਹੈ, ਚਾਹੇ ਉਹ ਡਾਕਟਰ ਹੈ, ਚਾਹੇ ਉਹ ਸਿੰਗਰ ਨੇ, ਚਾਹੇ ਉਹ ਕੋਈ ਵੀ ਪ੍ਰੋਫੈਸ਼ਨ ਦਾ ਬੰਦਾ, ਉਹਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ। ਕਿਉਂਕਿ ਰੋਟੀ ਜੇ ਤੁਹਾਡੇ ਚੁੱਲ੍ਹੇ ਤੇ ਪੱਕਦੀ ਹੈ ਤੇ ਤੁਸੀਂ ਖਾਂਦੇ ਹੋ, ਆਪਣਾ ਢਿੱਡ ਭਰਦੇ ਹੋ, ਤਾਂ ਸਿਰਫ ਇੱਕ ਕਿਸਾਨ ਦੀ ਵਜ੍ਹਾ ਕਰਕੇ ਖਾਂਦੇ ਹੋ। ਜੇ ਤੁਹਾਨੂੰ 40 ਰੁਪਏ ਦੀ ਚੀਜ਼ 400 ਰੁਪਏ ਦੇ ਵਿੱਚ ਮਿਲਣ ਲੱਗੀ ਤਾਂ ਤੁਹਾਨੂੰ ਬਹੁਤ ਜ਼ਿਆਦਾ ਭਾਰੀ ਇਹਦਾ ਨੁਕਸਾਨ ਹੋਊਗਾ ਜੇ ਤੁਸੀਂ ਅੱਜ ਨਾ ਖੜੇ। ਜੇ ਤੁਸੀਂ ਕੱਲ੍ਹ ਨੂੰ ਇਹ ਚੀਜ਼ਾਂ ਲਾਗੂ ਹੋ ਜਾਂਦੀਆਂ ਨੇ ਤਾਂ ਤੁਸੀਂ ਪਛਤਾਓਗੇ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਕਿਉਂ ਨਹੀਂ, ਕਿਉਂਕਿ ਇਹਦੇ ਵਿੱਚ ਆਪਣਾ ਇੱਕ ਐਕਟ ਆ ਐਸੈਂਸ਼ੀਅਲ ਕਮੋਡਿਟੀ ਦਾ, ਉਹਦਾ ਇਫੈਕਟ ਸਭ ਤੋਂ ਜ਼ਿਆਦਾ ਜਿਹੜਾ ਸ਼ਹਿਰੀਕਰਨ ਦੇ ਉੱਤੇ ਪਊਗਾ। ਆਪਣੇ ਜਿਹੜਾ ਸ਼ਹਿਰੀਕਰਨ ਆ ਉਹਦੇ ਤੇ ਕਿਉਂ ਪਊ? ਕਿਉਂਕਿ ਜਦੋਂ ਆਪਣੀ ਸਟੋਰੇਜ ਹੋਊਗੀ ਚੀਜ਼ਾਂ ਦੀ ਤਾਂ ਆਪਾਂ ਨੂੰ ਜਿਹੜੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਜ਼ਰੂਰੀ ਵਸਤਾਂ ਨੇ ਉਹ ਸਟੋਰ ਕੀਤੀਆਂ ਜਾਣਗੀਆਂ, ਖਾਣ ਪੀਣ ਦੀਆਂ ਦਾਣੇ, ਤਾਂ ਉਹ ਆਪਾਂ ਨੂੰ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਮਹਿੰਗੇ ਮਿਲਣਗੇ। ਸੋ ਜਿਹੜੇ ਸਾਡੇ ਵੀਰ ਭਾਈ
ਕੋਈ ਵੀ profession ਦੇ ਨੇ ਉਹਨਾਂ ਨੂੰ ਆਪਣੇ ਕਿਸਾਨਾਂ ਦੇ ਨਾਲ ਜ਼ਰੂਰ ਖੜਨਾ ਚਾਹੀਦਾ। ਮੇਰਾ ਇਹੀ ਸੁਨੇਹਾ ਸਭ ਨੂੰ। ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ। ਜੀ ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਐਡਵੋਕੇਟ ਰਮਨਦੀਪ ਕੌਰ ਕੋਲੋਂ ਜਾਣਿਆ ਹੈਗਾ ਕਾਨੂੰਨੀ ਪਹਿਲੂਆਂ ਬਾਰੇ, ਕਿਸਾਨ ਅੰਦੋਲਨ ਬਾਰੇ ਵੀ ਉਹਨਾਂ ਕੋਲੋਂ ਜਾਣਕਾਰੀ ਲਈ ਹੈ। ਉਮੀਦ ਕਰਦੇ ਹਾਂ ਕਿ ਸਾਡੇ ਅੱਜ ਦੇ ਇਸ ਪ੍ਰੋਗਰਾਮ ਤੋਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ। ਨਾਲ ਹੀ ਅਸੀਂ ਇਹੋ ਆਸ ਕਰਦੇ ਹਾਂ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੀ ਹੱਲ ਹੋਵੇ ਤੇ ਕਿਸਾਨ ਆਪੋ ਆਪਣੇ ਘਰਾਂ ਨੂੰ ਜਲਦੀ ਪਰਤਣ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆਗਿਆ। ਧੰਨਵਾਦ।